ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰਿੰਦਰ ਸਿੰਘ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ 'ਚ। ਦੋਸਤੋ, ਵੀਡੀਓ ਦੇਖਣ ਤੋਂ ਪਹਿਲਾਂ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਮੇਰੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਦੋਸਤੋ, ਅੱਜ ਮੈਂ ਤੁਹਾਨੂੰ ਆਪਣੇ ਬਹੁਤ ਹੀ ਅਜ਼ੀਜ਼ ਦੋਸਤ ਕਰਮਜੀਤ ਸਿੰਘ ਕੰਬੋਜ ਦੀ ਕਹਾਣੀ ਹਾਣੀ ਸੁਣਾਉਣ ਜਾ ਰਿਹਾ ਹਾਂ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹਾਣੀ। ਗਰਮੀ ਦੇ ਦਿਨ ਸਨ। ਪਿੰਡ ਤੋਂ ਤੁਰਦਾ ਤੁਰਦਾ ਮੈਂ ਪਾਣੀ ਪੀਣ ਲਈ ਪਿੰਡ ਦੇ ਚੁਰਾਹੇ 'ਤੇ ਬੋਹੜ ਦੇ ਦਰੱਖਤ ਹੇਠ ਲੱਗੇ ਨਲਕੇ ਨੂੰ ਗੇੜਨਾ ਸ਼ੁਰੂ ਕੀਤਾ। ਨੇੜੇ ਹੀ ਬੈਠੇ ਬਜ਼ੁਰਗ ਨੇ ਆਵਾਜ਼ ਦਿੱਤੀ, ਆਖੇ, ਇਹ ਨਹੀਂ ਚੱਲਦਾ ਪੁੱਤਰਾ, ਇਹਨੂੰ ਕਿਹਨੇ ਸਵਾਰਨਾ ਹੁਣ। ਬਜ਼ੁਰਗ ਦੀ ਉਮਰ 90 ਕੁ ਸਾਲ ਦੀ ਸੀ। ਮੈਂ ਬਜ਼ੁਰਗ ਬਾਬੇ ਕੋਲ ਬੈਠ ਗਿਆ। ਹੋਰ ਬਾਬਾ ਜੀ, ਕਿਵੇਂ ਬੈਠੇ ਹੋ? ਮੈਂ ਗੱਲ ਸ਼ੁਰੂ ਕੀਤੀ। ਬਸ ਕੱਟੀ ਜਾਂਦੇ ਦਿਨ ਉੱਠ ਬੈਠ ਕੇ, ਬਾਬੇ ਨੇ ਜਵਾਬ ਦਿੱਤਾ। ਬਾਬਾ, ਆਹ ਨਲਕਾ ਠੀਕ ਨਹੀਂ ਕਰਵਾਇਆ ਕਿਸੇ ਨੇ? ਮੈਂ ਗੱਲ ਤੋਰਨ ਲਈ ਪੁੱਛਿਆ। ਠੀਕ ਕਿਹਨੇ ਕਰਵਾਉਣਾ ਹੈ? ਹੁਣ ਕੌਣ ਆਉਂਦਾ ਇੱਥੇ? ਬੈਠਣ ਵਾਲੇ ਤੁਰ ਗਏ। ਇਹ ਵੀ ਮੇਰੇ ਵਾਂਗੂ ਖੜਾ ਬਸ। ਬਾਬੇ ਨੇ ਉਦਾਸ ਜਿਹੇ ਚਿਹਰੇ ਨਾਲ ਮੁਸਕਰਾ ਕੇ ਜਵਾਬ ਦਿੱਤਾ। ਬਾਬੇ ਦੇ ਦਰਦ ਨੂੰ ਭਾਂਪ ਕੇ ਮੈਂ ਗੱਲ ਤੋਰਨੀ ਚਾਹੀ। ਬਾਬਾ, ਪਹਿਲਾਂ ਤਾਂ ਬਹੁਤ ਰੌਣਕਾਂ ਹੋਣੀਆਂ ਬੋਹੜ ਥੱਲੇ। ਸੁਣਿਆ ਇਹ ਵੀ ਸੱਥ 'ਚ ਬਹਿੰਦਾ ਸੀ ਸਾਰਾ ਪਿੰਡ। ਮੈਂ ਗੱਲ ਨੂੰ ਅੱਗੇ ਤੋਰਿਆ। ਇੱਕ ਸੱਥ ਕੀ, ਇੱਥੇ ਤਾਂ ਕਈ ਸੱਥਾਂ ਜੁੜ ਜਾਂਦੀਆਂ ਸੀ। ਬਾਬੇ ਨੇ ਗੱਲ ਸ਼ੁਰੂ ਕੀਤੀ। ਮੈਂ ਨਾਲ ਦੀ ਨਾਲ ਹੁੰਗਾਰਾ ਭਰਦਾ ਰਿਹਾ। ਬਾਬੇ ਨੇ ਬਜ਼ੁਰਗਾਂ ਬਾਰੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ ਇੱਥੇ ਕੰਮ-ਕਾਰ ਤੋਂ ਵਿਹਲੇ ਹੋ ਕੇ ਆਰਾਮ ਕਰਨ ਲਈ ਆ ਬੈਠਦੇ। ਪਹਿਲਾਂ ਸਕੂਲ ਸਕਾਲ ਕਿੱਥੇ ਸੀ, ਅਸੀਂ ਵੀ ਵਿਹਲੇ ਜੇ ਹੋਣਾ, ਖੇਡੀ ਜਾਣਾ ਇੱਥੇ ਹੀ ਆਪਣੇ ਹਾਣ ਪ੍ਰਵਾਨ ਨਾਲ। ਸਾਰਾ ਦਿਨ ਰੌਣਕਾਂ ਰਹਿੰਦੀਆਂ ਸੀ। ਮੇਰਾ ਬਾਪੂ, ਤਾਇਆ, ਚਾਚਾ ਸਭ ਇੱਥੇ ਹੁੰਦੇ। ਮੈਂ ਰੋਟੀ ਵੀ ਇੱਥੇ ਹੀ ਫੜਾ ਦਿੰਦਾ ਤੇ ਦੁਪਹਿਰ ਬਾਅਦ ਉਹਨਾਂ ਨੇ ਫੇਰ ਖੇਤ ਵੱਲ ਚਲੇ ਜਾਣਾ। ਸਾਰਾ ਦਿਨ ਘਰ ਨਾ ਵੜਨ ਕਰਕੇ ਸ਼ਤਰੌਲ ਵੀ ਬਥੇਰੀ ਵਾਰ ਹੋਈ। ਮੈਂ ਹੱਸ ਪਿਆ, ਨਾਲ ਬਾਬਾ ਵੀ ਹੱਸਿਆ। ਬਾਬਾ, ਫੇਰ ਤਾਂ ਵਾਹਲਾ ਲਗਾਵ ਹੋਣਾ ਤੈਨੂੰ ਆ ਜਗ੍ਹਾ ਨਾਲ। ਮੈਂ ਗੱਲ ਅੱਗੇ ਵਧਾਈ। ਬਾਬੇ ਨੇ ਹਾਂ ਵਿੱਚ ਸਿਰ ਮਾਰਿਆ। ਲਗਾਵ ਤਾਂ ਹੋਣਾ ਹੀ ਹੈ। ਬਾਪੂ, ਚਾਚੇ, ਤਾਏ, ਯਾਰ ਮਿੱਤਰ ਸਾਰਿਆਂ ਨੂੰ ਇੱਥੇ ਮਹਿਸੂਸ ਕਰਦਾ ਬਸ। ਮੇਰੀ ਜਵਾਨੀ ਪਹਿਰੇ 'ਚ ਮੈਨੂੰ ਬਾਪੂ ਛੱਡ ਗਿਆ। ਉਹਦੇ 2 ਮਹੀਨੇ ਬਾਅਦ ਤਾਇਆ ਚੜ੍ਹਾਈ ਕਰ ਗਿਆ। ਆਹ ਬੋਹੜ ਦਾ ਦਰੱਖਤ ਤਾਂ ਮੇਰੇ ਪਹਿਲਾਂ ਦਾ ਹੈ, ਪਰ ਆ ਜਿਹੜੇ ਅੰਬ ਨੇ ਮੈਂ ਆਪ ਲਾਏ ਆਪਣੇ ਬਜ਼ੁਰਗਾਂ ਦੀ ਯਾਦ 'ਚ। ਮੇਰੇ ਨਾਲ ਖੇਡਣ ਵਾਲੇ ਯਾਰ ਬੇਲੀਆਂ ਨੇ ਨਾਲ ਮਿਹਨਤ ਕੀਤੀ। ਆਹ 15 ਕੁ ਮਰਲੇ ਦੀ ਜਗ੍ਹਾ ਨੂੰ ਕੂੰਜ ਵਰਗੀ ਬਣਾਤਾ। ਮੇਰਾ ਚਾਚਾ ਸੋਹਣੀ ਉਮਰ ਭੋਗ ਕੇ ਮਰਿਆ। ਉਹ ਵੀ ਸਾਰਾ ਦਿਨ ਇੱਥੇ ਬਤੀਤ ਕਰਦਾ ਸੀ। ਆਖੇ, ਮੈਨੂੰ ਆਪਣੇ ਭਰਾਵਾਂ ਦੀ ਮਹਿਕ ਮਿਲਦੀ ਹੈ ਬੋਹੜ ਕੋਲ ਬੈਠ ਕੇ। ਬਸ ਮੈਂ ਵੀ ਬੋਹੜ ਨੂੰ ਆਪਣੇ ਬਜ਼ੁਰਗਾਂ ਤੇ ਅੰਬਾਂ ਨੂੰ ਆਪਣੇ ਹਾਣੀ ਮੰਨ ਕੇ ਜ਼ਿੰਦਗੀ ਕੱਟੀ ਜਾਂਦਾ। ਸਾਰੇ ਮਰ ਮੁੱਕ ਗਏ, ਹੁਣ ਤਾਂ ਬਸ ਇਹੀ ਨੇ ਜਿਹੜੇ ਹੁਣ ਤੱਕ ਖੜੇ ਨੇ। ਇੰਨੇ ਨੂੰ ਨੇੜੇ ਲੰਘਦੇ ਕਿਸੇ ਅਧਖੜ ਉਮਰ ਦੇ ਆਦਮੀ ਨੇ ਜਾਂਦੇ ਜਾਂਦੇ ਟਿੱਚਰ ਕਰਦੇ ਹੋਏ ਆਵਾਜ਼ ਦਿੱਤੀ, ਹੋਰ ਬਾਬੇ ਅਤਰੇ, ਕਦੋਂ ਖਵਾਉਣੀਆਂ ਜਲੇਬੀਆਂ ਫਿਰ? ਤੇਰੇ ਨਾਲ ਦੇ ਸਾਰੇ ਪਾਰਟੀ ਕਰ ਗਏ, ਤੂੰ ਹੀ ਨਹੀਂ ਤੁਰਦਾ। ਕੋਈ ਨਹੀਂ, ਪਹਿਲਾ ਸੁਨੇਹਾ ਤੈਨੂੰ ਹੀ ਆਊ। ਬਾਬੇ ਨੇ ਹੱਸੀ 'ਚ ਟਾਲ ਦਿੱਤਾ। ਉਹ ਆਦਮੀ ਵੀ ਚਲਾ ਗਿਆ।
ਮੈਨੂੰ ਬਹੁਤ ਅਜੀਬ ਲੱਗੀ ਉਹਦੀ ਟੀਚਰ। ਅੱਜ ਕੱਲ੍ਹ ਦੇ ਸਮੇਂ ਅਸੀਂ ਬਜ਼ੁਰਗਾਂ ਨੂੰ ਜੇ ਦੁੱਖ ਦਰਦ ਨਹੀਂ ਵੀ ਪੁੱਛ ਸਕਦੇ ਤਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਛੇੜਨ ਦਾ ਕੋਈ ਹੱਕ ਨਹੀਂ। ਸਾਨੂੰ ਚਾਹੀਦਾ ਆਪਾਂ ਉਹਨਾਂ ਤੋਂ ਕੁਝ ਸਿੱਖੀਏ, ਪੁਰਾਣੇ ਸਮੇਂ ਦੇ ਰਹਿਣ ਸਹਿਣ ਬਾਰੇ ਪਤਾ ਕਰੀਏ ਤਾਂ ਕਿ ਸਾਨੂੰ ਸਾਡੇ ਸੱਭਿਆਚਾਰ ਦਾ ਕੋਈ ਅੰਸ਼ ਮਿਲ ਪਵੇ। ਮੈਂ ਅਜੇ ਸੋਚ ਹੀ ਰਿਹਾ ਸੀ, ਬਾਬੇ ਨੇ ਵੀ ਆਪਣੀ ਚੁੱਪ ਤੋੜ ਕੇ ਘੰਗੂਰਾ ਜਿਹਾ ਮਾਰਿਆ। ਚੰਗਾ ਪੁੱਤਰਾ, ਚਲੀਏ, ਰੋਟੀ ਖਾਣੀ ਆ ਜਾ ਕੇ ਘਰ, ਦੇਰ ਹੋ ਗਈ, ਨੂੰਹ ਨੇ ਪੈ ਜਾਣਾ ਹੁਬੜ ਕੇ। ਬਾਬੇ ਨੇ ਮੁਸਕਰਾ ਕੇ ਮੇਰੇ ਵੱਲ ਤੱਕਿਆ, ਜਿਵੇਂ ਕੋਈ ਦੇਰ ਦਾ ਪਿਆ ਦੁੱਖ ਹੌਲਾ ਹੋ ਗਿਆ ਹੋਵੇ। ਸੰਗਰਾਂਦ ਵਾਲੇ ਦਿਨ ਗੁਰਦੁਆਰੇ 'ਚ ਭਾਈ ਜੀ ਨੇ ਸਪੀਕਰ ਵਿੱਚ ਦੱਸਿਆ ਕਿ ਆਪਣੇ ਪਿੰਡ ਦੀ ਸ਼ਾਮਲਾਤ ਜਗ੍ਹਾ 'ਚ ਖੜੇ ਦਰੱਖਤਾਂ ਦੀ ਬੋਲੀ ਹੋਣੀ ਏ। ਸਾਰੇ ਪਿੰਡ ਵਾਲੇ ਪਹੁੰਚਣ ਦੀ ਕਿਰਪਾਲਤਾ ਕਰੋ। ਉੱਥੇ ਦਰੱਖਤ ਵੱਢ ਕੇ ਮੈਰਿਜ ਪੈਲੇਸ ਦਾ ਨੀਂਹ ਪੱਥਰ ਰੱਖਣਾ ਹੈ। ਇਹ ਸੁਣ ਕੇ ਮੇਰੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਮੈਂ ਉਸ ਦਿਨ ਕਾਲਜ ਦੀ ਫੀਸ ਭਰ ਕੇ ਵਾਪਸ ਘਰ ਆ ਗਿਆ। ਘਰ ਤੋਂ ਪਤਾ ਲੱਗਾ ਕਿ ਪੰਚਾਇਤ ਨੇ ਦਰੱਖਤ ਵੇਚ ਦਿੱਤੇ ਨੇ ਤੇ ਕਟਾਈ ਦਾ ਕੰਮ ਚੱਲ ਰਿਹਾ ਏ। ਮੈਂ ਸਿੱਧਾ ਚੁਰਾਹੇ ਵੱਲ ਨੂੰ ਹੋ ਤੁਰਿਆ। ਜਾ ਕੇ ਦੇਖਿਆ ਅੰਬਾਂ ਦੇ ਦਰੱਖਤ ਵੱਢ ਸੁੱਟੇ ਹੋਏ ਸੀ। ਵੱਡੀਆਂ ਮਸ਼ੀਨਾਂ ਨਾਲ ਕੰਮ ਧੜਾ-ਧੜ ਚੱਲ ਰਿਹਾ ਸੀ। ਉਹ ਬੋਹੜ ਦੇ ਦਰੱਖਤ ਨੂੰ ਵੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਮੇਰੀ ਨਿਗਾਹ ਮਸ਼ੀਨ ਦੇ ਨੇੜੇ ਖੜੇ ਬਾਬੇ ਅਤਰੇ 'ਤੇ ਪਈ। ਉਹ ਬੇਬਸ ਉਦਾਸ ਜਿਹੀ ਅੱਖਾਂ ਨਾਲ ਖੜਾ ਆਪਣੀਆਂ ਯਾਦਾਂ ਦਾ ਘਾਣ ਹੁੰਦਾ ਵੇਖ ਰਿਹਾ ਸੀ। ਬਾਬੇ ਨੇ ਸਰਪੰਚ ਨੂੰ ਕਿਹਾ ਕਿ ਸਰਪੰਚਾ, ਆਹ ਬੋਹੜ ਤਾਂ ਛੱਡ ਦੇ, ਪੁਰਾਣਾ ਦਰੱਖਤ ਹੈ ਪਿੰਡ ਦਾ। ਬਾਬਾ ਤੂੰ ਪਰੇ ਹੋ ਜਾ, ਮਸ਼ੀਨ ਹੇਠਾਂ ਨਾ ਆ ਜਾਵੀਂ, ਹੋਰ ਮਰਿਆ ਸੱਪ ਗਲ ਪੈ ਜੇ ਕਿਤੇ। ਸਰਪੰਚ ਨੇ ਰੁੱਖਾ ਜਿਹਾ ਬੋਲ ਕੇ ਬਾਬੇ ਨੂੰ ਬਾਂਹ ਤੋਂ ਫੜ ਪਾਸੇ ਕੀਤਾ। 2 ਕੁ ਘੰਟੇ 'ਚ ਬੋਹੜ ਦਾ ਦਰੱਖਤ ਵੀ ਵੱਢ ਦਿੱਤਾ ਗਿਆ। ਮੈਂ ਬਾਬੇ ਦੀਆਂ ਨਮ ਅੱਖਾਂ ਵੱਲ ਵੇਖ ਨਾ ਸਕਿਆ, ਨਾ ਹੀ ਮੇਰੀ ਬੁਲਾਉਣ ਦੀ ਹਿੰਮਤ ਪਈ। ਲੋਕ ਤਮਾਸ਼ਾ ਦੇਖ ਰਹੇ ਸੀ, ਪਰ ਮੈਂ ਬਾਬੇ ਦੀਆਂ ਅੱਖਾਂ 'ਚ ਮਹਿਸੂਸ ਕੀਤਾ ਜਿਵੇਂ ਉਹ ਸੋਚ ਰਿਹਾ ਹੋਵੇ ਕਿ ਜਿੱਥੇ ਉਹਦੇ ਬਜ਼ੁਰਗ, ਉਹਦੇ ਹਾਣੀ ਉਹਦਾ ਸਾਥ ਛੱਡ ਚੁੱਕੇ ਸਨ, ਅੱਜ ਦੇ ਤੇਜ਼ ਜ਼ਮਾਨੇ ਨੇ ਉਸ ਦਾ ਆਖਰੀ ਬਜ਼ੁਰਗ ਬੋਹੜ ਤੇ ਆਖਰੀ ਹਾਣੀ ਅੰਬਾਂ ਦੇ ਦਰੱਖਤ ਜੋ ਉਸਨੇ ਆਪਣੀ ਹੱਥੀਂ ਲਾਏ ਸਨ ਖੋਹ ਲਏ। ਬਾਬਾ ਅਤਰ ਸਿਉਂ ਜਿਵੇਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੋਵੇ। ਘਰ ਆ ਕੇ ਸਾਰੀ ਰਾਤ ਮੈਂ ਬਾਬੇ ਅਤਰ ਸਿਉਂ ਬਾਰੇ ਹੀ ਸੋਚਦਾ ਰਿਹਾ। ਹਫ਼ਤੇ ਬਾਅਦ ਬਾਬਾ ਅਤਰ ਸਿਉਂ ਵੀ ਚੜ੍ਹਾਈ ਕਰ ਗਿਆ। ਮੈਂ ਅੱਜ ਵੀ ਇਹੀ ਸੋਚਦਾ ਕਿ ਸਾਡੇ ਲੋਕ ਆਪਣੇ ਵਿਰਸੇ ਨੂੰ, ਆਪਣੀ ਪੁਰਾਣੀਆਂ ਚੀਜ਼ਾਂ ਨੂੰ ਕਿਉਂ ਨਹੀਂ ਸਾਂਭਦੇ। ਬਜ਼ੁਰਗਾਂ ਦਾ ਸਤਿਕਾਰ ਕਰਨਾ ਭੁੱਲ ਗਏ ਤੇ ਖੁਦ ਫੋਕੀ ਟੌਰ ਬਣਾ ਸਤਿਕਾਰ ਭਾਲਦੇ ਨੇ। ਪੰਜਾਬ 'ਚ ਫੈਂਸੀ ਦਰੱਖਤ ਬਥੇਰੇ ਮਿਲ ਜਾਣਗੇ, ਪਰ ਪਿੱਪਲ ਬੋਹੜ ਦੇ ਦਰੱਖਤ ਕਿਤੇ ਮਿਲਣਗੇ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਵਿਆਂ ਦੇ ਨਾਲ ਪੁਰਾਣੇ ਦਰੱਖਤਾਂ ਨੂੰ ਵੀ ਸਾਂਭੀਏ ਤੇ ਆਪਣੇ ਪਿੰਡਾਂ ਸ਼ਹਿਰਾਂ 'ਚ ਖੁੱਲ੍ਹੇ ਥਾਵਾਂ 'ਤੇ ਇਹ ਦਰੱਖਤ ਲਗਾਈਏ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਹਾਣੀ। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਦੱਸਣ ਲਈ ਕਮੈਂਟ ਜ਼ਰੂਰ ਕਰਿਓ। ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਿਓ ਅਤੇ ਮੇਰੇ ਨਾਲ ਜੁੜਨ ਲਈ ਮੇਰੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ। ਦੋਸਤੋ, ਅਗਲੀ ਕਹਾਣੀ ਲੈ ਕੇ ਜਲਦੀ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ।